ਸੋ ਜਿਵੇਂ ਜਿਵੇਂ 2022 ਦੀਆਂ ਚੋਣਾਂ ਨੇੜੇ ਆ ਰਹੀਆਂ ਨੇ, ਪੰਜਾਬ ਦੀ ਸਿਆਸੀ ਗਰਮਾਹਟ ਜ਼ਿਆਦਾ ਵੱਧ ਚੁੱਕੀ ਹੈ। ਹਰ ਰੋਜ਼ ਨਵੇਂ ਜੋੜ ਤੋੜ, ਨਵੀਆਂ ਸਮੀਕਰਨ ਬਣਦੇ ਹੋਏ ਸ਼ੁਰੂ ਹੋ ਗਏ ਨੇ ਪੰਜਾਬ ਦੀ ਰਾਜਨੀਤੀ ਦੇ ਵਿੱਚ। ਹੁਣ ਇੱਕ ਵੱਡਾ ਧਮਾਕਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਮੰਤਰੀ ਰਹੇ ਮਲਕੀਤ ਸਿੰਘ ਬੀਰਮੀ ਵੱਲੋਂ ਕੀਤਾ ਗਿਆ। ਭਾਵੇਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੀ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਉਹ ਨਵੀਂ ਪਾਰਟੀ ਦੇ ਨਾਲ 2022 ਦੀਆਂ ਚੋਣਾਂ ਵਿੱਚ ਉਤਰਨਗੇ। ਲੇਕਿਨ ਇਸ ਤੋਂ ਪਹਿਲਾਂ ਕਿ ਰਸਮੀ ਐਲਾਨ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਹੁੰਦਾ ਆਪਣੀ ਨਵੀਂ ਪਾਰਟੀ ਦਾ, ਉਸ ਤੋਂ ਪਹਿਲਾਂ ਹੀ ਉਹਨਾਂ ਦੇ ਮੰਤਰੀ ਰਹੇ ਮਲਕੀਤ ਸਿੰਘ ਬੀਰਮੀ ਵੱਲੋਂ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਧਮਾਕਾ ਕਰ ਦਿੱਤਾ ਗਿਆ। ਉਹਨਾਂ ਵੱਲੋਂ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਗਿਆ। ਪੰਜਾਬ ਲੋਕ ਹਿੱਤ ਨਾਮ ਦੀ ਇਹ ਨਵੀਂ ਪਾਰਟੀ 2022 ਦੀਆਂ ਚੋਣਾਂ ਵਿੱਚ ਲੜੇਗੀ। ਮਲਕੀਤ ਸਿੰਘ ਬੀਰਮੀ ਦੀ ਇਹ ਪਾਰਟੀ, ਸੋ ਪ੍ਰੈਸ ਕਾਨਫਰੰਸ ਵਿੱਚ ਮਲਕੀਤ ਸਿੰਘ ਬੀਰਮੀ ਨੇ ਇਸ ਪਾਰਟੀ ਬਾਰੇ ਦੱਸਿਆ ਤੇ ਕਿਹੜੇ-ਕਿਹੜੇ ਚਿਹਰੇ ਉਹਨਾਂ ਦੇ ਨਾਲ ਹੋਣਗੇ, ਉਹਨਾਂ ਬਾਰੇ ਵੀ ਗੱਲਬਾਤ ਕੀਤੀ। ਪ੍ਰੈਸ ਕਾਨਫਰੰਸ ਵਿੱਚ ਨਵੀਂ ਪਾਰਟੀ ਬਾਰੇ ਕੀ ਕੁਝ ਕਿਹਾ, ਆਓ ਸੁਣਦੇ ਹਾਂ ਮਲਕੀਤ ਸਿੰਘ ਬੀਰਮੀ ਦੀ ਜਵਾਨੀ। ਤਾਂ ਪੰਜਾਬ ਦੇ ਅੰਦਰ ਜਿੰਨੀਆਂ ਸਾਰੀਆਂ ਸਾਡੀਆਂ ਸੰਸਥਾਵਾਂ ਸੀ, ਉਹਨਾਂ ਨੂੰ ਇੱਕ ਮੰਚ 'ਤੇ ਇਕੱਠਾ ਕਰਕੇ ਅਸੀਂ ਇੱਕ ਪੋਲੀਟੀਕਲ ਪਾਰਟੀ ਦਾ ਗਠਨ ਕੀਤਾ ਹੈ, ਜਿਸ ਦਾ ਨਾਮ ਹੈ ਪੰਜਾਬ ਲੋਕ ਹਿੱਤ ਪਾਰਟੀ। ਅਸੀਂ ਆਉਣ ਵਾਲੇ 2022 ਦੀਆਂ ਚੋਣਾਂ ਦੇ ਵਿੱਚ 117 ਪੰਜਾਬ ਦੀਆਂ ਸੀਟਾਂ 'ਤੇ ਚੋਣ ਲੜਾਂਗੇ। ਸਾਡੇ ਬਹੁਤ ਹੀ ਸਤਿਕਾਰਯੋਗ ਸਾਰੇ ਮੀਡੀਆ ਦੇ ਮੈਂਬਰ ਸਾਹਿਬਾਨ, ਸਭ ਤੋਂ ਪਹਿਲਾਂ ਮੇਰੇ ਵੱਲੋਂ ਔਰ ਮੇਰੇ ਸਾਥੀਆਂ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਅੱਜ ਤੁਸੀਂ ਸਾਡੇ ਇੱਕ ਬਹੁਤ ਹੀ ਪਛੜੇ ਹੋਏ ਗਰੀਬ ਵਰਗ ਦੀ ਗੱਲ ਸੁਣਨ ਵਾਸਤੇ ਇੱਥੇ ਇਕੱਤਰ ਹੋਏ ਹੋ। ਮੈਂ ਇੱਕ ਵਾਰੀ ਫੇਰ ਤੁਹਾਨੂੰ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ। ਅੱਜ ਮੈਂ ਅੱਜ ਅਸੀਂ ਇੱਥੇ ਸਾਰੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਬਹੁਤ ਹੀ ਲੰਬੇ ਅਰਸੇ ਤੋਂ 50 ਸਾਲ ਤੋਂ ਵੱਧ ਦਾ ਵਕਫਾ ਹੋ ਗਿਆ ਕਿ ਜਿੰਨੀਆਂ ਸਿਆਸੀ ਪਾਰਟੀਆਂ ਨੌਟ ਸਿਰਫ ਪੰਜਾਬ, ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਪਛੜਿਆ ਲਤਾੜਿਆ ਵਰਗ ਸੀ, ਉਹਨੂੰ ਇਸਤੇਮਾਲ ਕਰਦੀਆਂ ਆ ਰਹੀਆਂ ਨੇ। ਸਿਰਫ ਉਹਨਾਂ ਨੇ ਇਹਨਾਂ ਨੂੰ ਆਪਣੇ ਵੋਟ ਬੈਂਕ ਸਮਝ ਕੇ ਰੱਖਿਆ ਹੋਇਆ ਸੀ ਔਰ ਅੱਜ ਤੱਕ ਇਹ ਸਮਾਜ ਆਪਣੇ ਹੱਕਾਂ ਵਾਸਤੇ ਰੋਂਦਾ ਕੁਰਲਾਉਂਦਾ ਰੀਂਗਦਾ ਰਿਹਾ, ਪਰ ਕਿਸੇ ਨੇ ਸਾਡੀ ਕੋਈ ਗੱਲ ਨਹੀਂ ਸੁਣੀ। ਹੁਣ ਅਸੀਂ ਪਿਛਲੇ 2 ਸਾਲ ਤੋਂ ਇਸ ਸੰਗਠਨ ਨੂੰ ਬਣਾਉਣ ਵਾਸਤੇ ਲੱਗੇ ਹੋਏ ਸੀ। ਤਾਂ ਪੰਜਾਬ ਦੇ ਅੰਦਰ ਜਿੰਨੀਆਂ ਸਾਰੀਆਂ ਸਾਡੀਆਂ ਸੰਸਥਾਵਾਂ ਸੀ, ਉਹਨਾਂ ਨੂੰ ਇੱਕ ਮੰਚ 'ਤੇ ਇਕੱਠਾ ਕਰਕੇ ਅਸੀਂ ਇੱਕ ਪੋਲੀਟੀਕਲ ਪਾਰਟੀ ਦਾ ਗਠਨ ਕੀਤਾ ਹੈ, ਜਿਸ ਦਾ ਨਾਮ ਹੈ ਪੰਜਾਬ ਲੋਕ ਹਿੱਤ ਪਾਰਟੀ। OBC ਦੀ ਨਿਰੋਲ ਪਾਰਟੀ ਹੈ ਔਰ ਅਸੀਂ ਇਹ ਨਹੀਂ ਕਿ ਇਕੱਲੀ OBC ਕਰਦੇ ਹਾਂ। OBC ਦੇ ਨਾਲ ਜਿਹੜੇ ਉੱਚ ਸਮਾਜ ਦੇ ਗਰੀਬ ਲੋਕ ਹੈ, ਜਿਨ੍ਹਾਂ ਨੂੰ ਬਿਲਕੁਲ OBC ਵਾਂਗੂ ਪਿੱਛੇ ਧੱਕਿਆ ਗਿਆ, ਅਸੀਂ ਉਹਨਾਂ ਦੀ ਵੀ ਰਹਿਨੁਮਾਈ ਕਰਾਂਗੇ। ਚਾਹੇ ਉਹ ਜੱਟ ਹੋਣ, ਚਾਹੇ ਉਹ ਬਣੀਆਂ ਹੋਵੇ, ਹਿੰਦੂ ਹੋਵੇ, ਕੋਈ ਵੀ ਕਾਸਟ ਦਾ ਆਦਮੀ ਹੋਵੇ, ਕਿਸੇ ਧਰਮ ਦਾ ਹੋਵੇ, ਅਸੀਂ ਉਹਨਾਂ ਦੀ ਵੀ ਸੇਵਾ ਕਰਾਂਗੇ। ਜਿਨ੍ਹਾਂ ਨੂੰ ਅੱਪਰ ਕਾਸਟ ਹੁੰਦਿਆਂ ਵੀ ਲਤਾੜਿਆ ਗਿਆ, ਉਹਨਾਂ ਦਾ ਧਿਆਨ ਨਹੀਂ ਰੱਖਿਆ ਗਿਆ। ਔਰ OBC ਪੰਜਾਬ ਦੇ ਅੰਦਰ ਇੱਕ ਉਹ ਤਾਕਤ ਬਣ ਕੇ ਆਊਗੀ ਕਿ ਅੱਜ ਤੋਂ ਬਾਅਦ OBC ਨੂੰ ਮੰਗਣਾ ਨਹੀਂ ਪਊਗਾ, OBC ਖੁਦ ਆਪਣੇ ਹੱਕ ਲਊਗੀ। ਅਸੀਂ ਆਉਣ ਵਾਲੇ 2022 ਦੀਆਂ ਚੋਣਾਂ ਦੇ ਵਿੱਚ 117 ਪੰਜਾਬ ਦੀਆਂ ਸੀਟਾਂ 'ਤੇ ਚੋਣ ਲੜਾਂਗੇ ਔਰ ਮੈਨੂੰ ਉਮੀਦ ਹੈ ਕਿ OBC 2022 ਦੇ ਵਿੱਚ
ਲੋਕ ਹਿੱਤ ਪਾਰਟੀ ਆਪਣੀ ਸਰਕਾਰ ਬਣਾਏਗੀ। ਔਰ ਅਸੀਂ ਇਹ ਤਹੀਆ ਕੀਤਾ ਹੈ ਕਿ ਇੱਕ ਜੋ ਸਿਸਟਮ ਚੱਲ ਰਿਹਾ ਆ ਰਿਹਾ ਇੱਥੇ 50 ਸਾਲਾਂ ਤੋਂ, ਦਾਦਾਗਿਰੀ ਸਿਸਟਮ, ਉਹਨੂੰ ਖਤਮ ਕਰਨਾ ਹੈ। ਜਿਹੜੀ ਪਬਲਿਕ ਦੀ ਪਾਵਰ ਹੈ, ਜਿਹੜੀ ਪਬਲਿਕ ਸਾਨੂੰ ਪਾਵਰ ਦਿੰਦੀ ਹੈ, ਉਹਨੂੰ ਡੀਸੈਂਟਰਲਾਈਜ਼ ਕਰਕੇ ਪਬਲਿਕ ਦੇ ਹੱਥਾਂ ਦੇ ਵਿੱਚ ਉਹ ਤਾਕਤ ਦੁਆਰਾ ਦੇਣੀ ਹੈ, ਤਾਂ ਕਿ ਸਾਡੇ ਜਿਹੜੇ ਲੋਕਾਂ ਦੇ ਨੁਮਾਇੰਦੇ ਹੁੰਦੇ ਨੇ, ਲੋਕਾਂ ਦੀਆਂ ਵੋਟਾਂ ਬਣ ਕੇ ਆਉਂਦੇ ਨੇ, ਉਹਨਾਂ ਨੂੰ ਅਫਸਰਸ਼ਾਹੀ ਦੇ ਮੂਹਰੇ ਜਾ ਕੇ ਗੋਡੇ ਨਾ ਟੇਕਣੇ ਪੈਣ, ਅਫਸਰਸ਼ਾਹੀ ਉਹਨਾਂ ਦੀ ਗੱਲ ਸੁਣੇ। ਇੰਸਪੈਕਟਰੀ ਰਾਜ ਨੂੰ ਖਤਮ ਕਰਾਂਗੇ, ਜਿਹੜੇ ਮਾਫੀਆ ਚੱਲਦੇ ਆ ਇਹਨਾਂ ਨੂੰ ਖਤਮ ਕਰਾਂਗੇ। ਔਰ ਬਾਕੀ ਅੱਜ ਮੈਂ ਸਿਰਫ ਤੁਹਾਨੂੰ ਇਹੀ ਬੇਨਤੀ ਕਰਨੀ ਹੈ, ਲੰਬਾ ਚੌੜਾ ਨਹੀਂ ਭਾਸ਼ਣ ਕਰਨਾ। ਬਾਕੀ ਜਦੋਂ ਅਸੀਂ ਆਪਣੇ ਸਾਥੀਆਂ ਨਾਲ ਬੈਠ ਕੇ ਆਪਣਾ ਏਜੰਡਾ ਤੈਅ ਕਰ ਲਾਂਗੇ ਔਲੇ 10-12 ਦਿਨ ਦੇ ਵਿੱਚ, ਫਿਰ ਤੁਹਾਨੂੰ ਇੱਕ ਵਾਰੀ ਬੇਨਤੀ ਕਰਾਂਗੇ, ਤਾਂ ਫਿਰ ਤੁਹਾਨੂੰ ਸਾਰਾ ਅੱਗੇ ਦਾ ਪਲੈਨਿੰਗ ਅਸੀਂ ਦਿਆਂਗੇ ਕਿ ਸਾਡੇ ਕੀ ਪਲੈਨਿੰਗ ਆ, ਕੀ ਪ੍ਰੋਗਰਾਮ ਹੈ, ਕੀ ਸਾਡਾ ਏਜੰਡਾ ਹੈ, ਕੀ ਅਸੀਂ ਪਬਲਿਕ ਵਾਸਤੇ ਕਰਾਂਗੇ, ਉਹ ਡਿਟੇਲ ਡਿਸਕਸ਼ਨ ਕਰਾਂਗੇ। ਅੱਜ ਸਿਰਫ ਮੇਰਾ ਮਕਸਦ ਸੀ ਕਿ ਸਾਡੀ ਪੰਜਾਬ ਲੋਕ ਹਿੱਤ ਪਾਰਟੀ ਨੂੰ ਲਾਂਚ ਕਰਨਾ, ਉਹਦੇ ਵਾਸਤੇ ਮੈਂ ਤੁਹਾਡੇ ਹਾਜ਼ਰ ਹੋਇਆ ਤੇ ਤੁਹਾਡਾ ਮੈਂ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਕਰਦਾ। ਪਰ ਵੀ ਤੁਹਾਡਾ ਸਵਾਲ ਹੋਵੇ ਤਾਂ। ਬੀਬੀ ਸਾਹਿਬ ਲੰਮੇ ਸਮੇਂ ਤੋਂ ਬੈਕਵਰਡ ਦੇ ਆਗੂ ਗੱਲਾਂ ਤਾਂ ਕਰਦੇ ਨੇ, ਪਰ ਅਜੇ ਤੱਕ ਲੱਗ ਰਿਹਾ ਕਿ ਮੰਡਲ ਕਮਿਸ਼ਨ ਦੀ ਰਿਪੋਰਟ ਨੂੰ ਵੀ ਬੈਕਵਰਡ ਸਮਾਜ ਤੱਕ ਨਹੀਂ ਲੈ ਕੇ ਗਏ। ਤਾਂ ਹੀ ਤਾਂ ਨੌਬਤ ਆਈ, ਕਿਉਂ ਸਾਡੇ ਕੋਲ ਤਾਕਤ ਹੈ ਨਹੀਂ ਸੀ। ਅਸੀਂ ਮਿੰਨਤਾਂ ਕਰਦੇ ਹਾਂ, ਬੇਨਤੀਆਂ ਕਰਦੇ ਹਾਂ, ਸਾਡੀ ਪ੍ਰਵਾਨ ਨਹੀਂ ਹੋ ਰਹੀ, ਕੋਈ ਸੁਣਦਾ ਨਹੀਂ ਸੀਗਾ। ਉਸੇ ਵਾਸਤੇ ਅੱਜ ਇੱਥੇ ਬੈਠੇ ਹਾਂ। ਪਰ ਉਹ ਤਾਂ ਇੱਕ ਜਾਣਕਾਰੀ ਦੇਣੀ ਸੀ, ਉਸ ਦਾ ਤਾਕਤ ਦੀ ਲੋੜ ਸੀ। ਜਾਣਕਾਰੀ ਕਿਹਨੂੰ ਦਈਏ? ਜਿਹਨਾਂ ਨੂੰ ਉਹਨਾਂ ਨੂੰ ਪਤਾ ਹੈ, ਜਿਹਨੂੰ ਦੇਣੀ ਹੈ ਜਾਣਕਾਰੀ, ਉਹਨੂੰ ਪਤਾ ਹੈ, ਉਹ ਲਾਗੂ ਹੀ ਨਹੀਂ ਕਰਦੇ ਰਿਪੋਰਟ ਨੂੰ। ਪੰਜਾਬ ਹਿੰਦੁਸਤਾਨ ਦੇ ਕਈ ਸੂਬੇ ਲਾਗੂ ਹੋ ਗਈ ਹੈ, ਸਾਡੇ ਪੰਜਾਬ ਨਹੀਂ ਕਰ ਰਹੇ। ਮੈਂ ਮੰਤਰੀ ਹੁੰਦੇ ਜ਼ੋਰ ਲਾਇਆ, ਨਹੀਂ ਸੁਣੀ ਗਈ ਗੱਲ। ਤੁਸੀਂ ਗੱਲ ਕਰ ਰਹੇ ਓਬੀਸੀ ਵਰਗ ਦੀ, ਕੀ ਸਿਰਫ ਇਹ ਪਾਰਟੀ ਓਬੀਸੀ ਵਰਗ ਦੇ ਮੁੱਦਿਆਂ ਨੂੰ ਚੁੱਕੇਗੀ, ਉਹਨਾਂ ਦੀ ਗੱਲਾਂ ਨੂੰ ਲੈ ਕੇ ਅੱਗੇ? ਤੁਸੀਂ ਮੇਰੀ ਗੱਲ ਸੁਣੀ ਨਹੀਂ, ਮੈਂ ਪਹਿਲਾਂ ਕੀ ਕਿਹਾ ਸੀ? ਸਾਡੇ ਸਾਰੇ ਹੀ ਵਰਗ ਦਾ ਮੁੱਦਾ ਚੁੱਕਾਂਗੇ ਅਸੀਂ, ਕਿਉਂ ਕਈ ਵੱਡੇ ਵਰਗ ਵੀ ਹੈਗੇ ਆ ਜਿਨ੍ਹਾਂ ਦੇ ਵਿੱਚ ਓਬੀਸੀ ਵਰਗ ਨਾਲ ਮਾੜਾ ਹਾਲ ਲੋਕਾਂ ਨੂੰ ਵੀ ਲਤਾੜੇ ਗਏ ਆ, ਜਿਨ੍ਹਾਂ ਦੀ ਅਪਰੋਚ ਨਹੀਂ ਹੈ, ਅਸੀਂ ਉਹਨਾਂ ਦੀ ਵੀ ਸੁਣਾਂਗੇ, ਉਹਨਾਂ ਨੂੰ ਵੀ ਨਾਲ ਲਵਾਂਗੇ। ਇਹ ਤਾਂ ਨਹੀਂ ਹੋ ਰਿਹਾ ਪੰਜਾਬ ਦੀ ਸਿਆਸਤ ਜਿਸ ਤਰੀਕੇ ਦੇ ਨਾਲ ਡਿਵਾਈਡ ਕੀਤਾ, ਜਾਤੀ ਆਧਾਰ ਤੇ ਡਿਵਾਈਡ ਕੀਤਾ। ਕੋਈ ਕਹਿੰਦਾ ਕਿ ਅਸੀਂ ਸਰਕਾਰ ਆਉਂਦੀ ਹੈ ਤਾਂ ਦਲਿਤ ਨੂੰ ਸੀਐਮ ਲਾਵਾਂਗੇ, ਇਸ ਤਰੀਕੇ ਨਾਲ ਜਿਸ ਪ੍ਰਦਰਸ਼ਨ ਲਗਾਤਾਰ ਜਿਹੜੀ ਤਿਆਰ ਕੀਤੀ ਜਾ ਰਹੀ ਪੰਜਾਬ ਦੇ ਜਾਤੀ ਆਧਾਰਿਤ ਵੋਟ ਡਿਵਾਈਡ ਕਰਨ ਦੀ ਕੋਸ਼ਿਸ਼ ਕੀਤੀ। ਇਹ ਆਉਣ ਵਾਲੇ ਸਮੇਂ ਦੇ ਵਿੱਚ ਫਿਰਕੂ ਰੰਗ ਫੜ ਦੇ ਕਿ ਪੰਜਾਬ ਦਾ ਭਵਿੱਖ ਜਿਹੜਾ ਹੈਗਾ ਗੰਦਲਾ ਹੋ ਜਾਊਗਾ ਇਸ ਤਰੀਕੇ ਦੇ ਨਾਲ। ਦੇਖੋ ਗੱਲ ਇਹ ਹੈ, ਜਦੋਂ ਅੱਜ ਤੋਂ ਕੋਈ 3-4 ਮਹੀਨੇ ਪਹਿਲਾਂ ਇੱਕ ਨੈਸ਼ਨਲ ਪਾਰਟੀ ਨੇ ਕਿਹਾ ਸੀ ਕਿ ਜੇ ਸਾਡੀ ਸਰਕਾਰ ਬਣਦੀ ਆ ਤੇ ਅਸੀਂ ਦਲ ਸੀਐਮ ਬਣਾਵਾਂਗੇ। ਉਸ ਤੋਂ ਬਾਅਦ ਅਕਾਲੀ ਦਲ ਬਾਦਲ ਨੇ ਅਨਾਉਂਸ ਕਰਤਾ ਸੀ ਡਿਪਟੀ ਸੀਐਮ ਬਣਾਵਾਂਗੇ ਐਸਸੀ ਨੂੰ। ਉਸ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਨੇ ਕਹਿਤਾ ਸੀ ਡਿਪਟੀ ਸੀਐਮ ਬਣਾਵਾਂਗੇ ਐਸਸੀ ਨੂੰ, ਕਿਉਂ ਸੀਐਮ ਤਾਂ ਬਣਾ ਹੀ ਨਹੀਂ ਸਕਦੇ, ਉਹਨੇ ਆਪ ਬਣਨਾ ਹੈ। ਔਰ ਕਾਂਗਰਸ ਨੇ ਬਾਜੀ ਮਾਰੀ, ਉਹਨਾਂ ਸਭ ਤੋਂ ਪਹਿਲਾਂ ਐਸਸੀ ਸੀਐਮ ਬਣਾ ਹੀ ਦਿੱਤਾ, ਉਹਨਾਂ 'ਤੇ ਪਾਣੀ ਫੇਰਤਾ। ਉਹਨਾਂ ਦੀਆਂ ਜਿਹੜੀਆਂ ਸੋਚਾਂ ਸੀ, ਜੋ ਉਹਨਾਂ ਨੇ ਸੋਚ ਰੱਖਿਆ ਸੀਗਾ, ਬਟ ਜਿਹੜਾ ਕਾਂਗਰਸ ਨੇ ਬਣਾਇਆ ਮੈਂ ਵੈਲਕਮ ਕਰਦਾ। ਬਹੁਤ ਅੱਛਾ ਡਿਸੀਜਨ ਹੈ। ਸਰਦਾਰ ਚਰਨਜੀਤ ਚੰਨੀ ਬਹੁਤ ਵਧੀਆ ਆਦਮੀ ਨੇ, ਉਹਨਾਂ ਨੂੰ ਰਾਈਟ ਮਿਲਣਾ ਚਾਹੀਦਾ ਹਰ ਇੱਕ ਆਪਣੇ ਵਰਗ ਨੂੰ। ਪਰ ਅੱਜ ਉਹਨਾਂ ਨੇ ਇਹ ਨਹੀਂ ਹੈ ਕਿ ਉਹਨਾਂ ਨੇ ਐਸਸੀ ਸੀਐਮ ਆਪਣੀ ਮਰਜ਼ੀ ਨਾਲ ਬਣਾਇਆ, ਉਹਨਾਂ ਦੀ ਮਜਬੂਰੀ ਹੋ ਗਈ ਹੈ। ਉਹ ਮਜਬੂਰੀ 'ਚ ਬਣਾਇਆ ਉਹਨਾਂ ਨੇ, ਹਾਲਾਤ ਐਸੇ ਪੈਦਾ ਹੋ ਗਏ ਸੀ। ਅੱਜ ਕਿਸੇ ਪਾਰਟੀ ਨੇ, ਆਹ ਮੈਨੂੰ ਦੱਸ ਦਿਓ, ਜਦੋਂ ਤੱਕ ਇਹ ਸੀਐਮ ਐਸਸੀ ਨਹੀਂ ਬਣਿਆ ਸੀ, ਜਦ ਮੈਂ ਆ ਸ਼ੁਰੂ ਨਹੀਂ ਕੀਤਾ ਸੀ ਆਪਣਾ ਓਬੀਸੀ ਦਾ ਪਲੇਟਫਾਰਮ, ਕਿਸੇ ਨੇ ਓਬੀਸੀ ਦਾ ਨਾਂ ਲਿਆ ਵੀ ਅਸੀਂ ਓਬੀਸੀ ਦਾ ਡਿਪਟੀ ਬਣਾਵਾਂਗੇ, ਕਿਸੇ ਨੇ ਓਬੀਸੀ ਦਾ ਮਿਨਿਸਟਰ ਬਣਾਉਣ ਤੱਕ ਨਹੀਂ ਰੱਖਿਆ। ਜਿੱਦਣ ਮੇਰੀ ਪਹਿਲੀ ਸਟੇਟਮੈਂਟ ਲੱਗੀ ਆ ਕਿ ਅਸੀਂ ਓਬੀਸੀ ਪਾਰਟੀ ਬਣਾਉਣ ਲੱਗੇ ਹਾਂ, ਉਦਣ ਜਾ ਕੇ ਗਿਲਜੀਆਂ ਨੂੰ ਇਹਨਾਂ ਨੇ ਮੰਤਰੀ ਲਿਆ। 42% ਸਾਡਾ ਸ਼ੇਅਰ ਹੋਵੇ, ਮੰਤਰੀ 1, ਜਿਹੜੇ 12% ਹੋਣ, ਮੰਤਰੀ 11। ਇਹ ਕਿੱਥੋਂ ਨੇ ਆ? ਇਸ ਵਾਸਤੇ ਅਸੀਂ ਇਹ ਪਾਰਟੀ ਦਾ ਗਠਨ ਕੀਤਾ। ਹੁਣ ਅਸੀਂ ਇਹਨਾਂ ਤੋਂ ਮੰਗਣਾ ਨਹੀਂਗਾ, ਲਵਾਂਗੇ। ਬੀਬੀ ਸਾਹਿਬ ਲੱਗਦਾ ਕਿ ਬੈਕਵਰਡ ਦਾ ਪੱਤਾ ਚੱਲ ਜੂਗਾ, ਕਿਉਂਕਿ ਤੁਹਾਡੀ ਆਪਣੀ ਜਿਹੜੀ ਕੰਸਟੀਟਿਊਸ਼ਨ ਸੀ 2012 ਦੇ ਵਿੱਚ ਵੀ 2017 ਦੇ ਵਿੱਚ ਕਾਂਗਰਸ ਅਕਾਲੀ ਦਲ ਨੇ ਬੈਕਵਰਡ ਦੇ ਵਿੱਚੋਂ ਦਿੱਤਾ ਤੁਹਾਨੂੰ 2012 ਚ ਵੀ ਬੈਕਵਰਡ, ਪਰ ਦੋਏ ਵਾਰ ਉੱਥੋਂ ਜਨਰਲ ਕੈਟਾਗਰੀ ਦਾ ਵਿਅਕਤੀ ਜਿੱਤ ਗਿਆ। ਹੁਣ ਲੱਗਦਾ ਕਿ ਪੱਤਾ ਤੁਹਾਡਾ ਚੱਲ ਜੂਗਾ ਬੈਕਵਰਡ ਦਾ? ਦੇਖੋ, ਜਦੋਂ ਉਹਨਾਂ ਨੂੰ ਪਤਾ ਹੋਵੇ ਕਿ ਸਾਡੀ ਪਾਰਟੀ ਪਲੇਟਫਾਰਮ ਹੈ
ਉੱਤੇ ਲੋਕ ਇਕੱਠੇ ਹੁੰਦੇ ਆ। ਮੈਂ ਇੰਡੀਵਿਜੂਅਲ ਜਾਊਂਗਾ, ਉਹ ਕਹਿਣਗੇ ਤੂੰ ਕੀ ਕਰੂਗਾ ਇਹ, ਉਹਨਾਂ ਵੀ ਉਮੀਦ ਹੋਣੀ ਚਾਹੀਦੀ ਨਾ। ਜਦੋਂ ਹੁਣ ਸਾਡਾ ਇੱਕ ਪਲੇਟਫਾਰਮ ਬਣ ਗਿਆ ਹੈ, ਇੱਕ ਪੋਲੀਟੀਕਲ ਪਾਰਟੀ ਹੋ ਗਈ ਹੈ, ਇਹ ਲੋਕ ਤਾਂ ਚਾਹੁੰਦੇ ਸੀ ਸਾਨੂੰ ਮਿੰਨਤਾਂ ਕਰੇ ਬੋਲਦੇ ਆਪਣਾ ਘਰ ਬਣਾਓ, ਆਪਣਾ ਘਰ ਬਣਾਓ। ਅੱਜ ਮੈਂ ਤੁਹਾਡੇ ਮਾਧਿਅਮ ਨਾਲ ਉਹਨਾਂ ਸਾਰਿਆਂ ਨੂੰ ਕਹਿ ਰਿਹਾ, ਹੁਣ ਤੁਹਾਡਾ ਘਰ ਬਣ ਗਿਆ, ਸਾਰੇ ਕਿਰਾਏ ਦੇ ਮਕਾਨ ਛੱਡ ਕੇ ਹੁਣ ਆਪਣੇ ਘਰ 'ਚ ਵਾਪਸ ਆ ਜਾਓ। ਆਹ ਮੌਕਾ ਹੈ, ਵਾਪਸ ਆ ਜਾਓ ਤਾਂ ਕਿ ਤੁਹਾਨੂੰ ਆਪਣੇ ਘਰ ਮਿਲ ਸਕਣ। ਜਿੰਨੀ ਪੰਜਾਬ ਦੇ ਵਿੱਚ ਬੜਾ ਓਬੀਸੀ ਦਾ ਮਾਣ ਸਤਿਕਾਰ ਹੋਇਆ ਗਿਆ ਕਿ ਜੈਲ ਸਿੰਘ ਦੀ ਗੱਲ ਕਰੀਏ ਤਾਂ ਓਬੀਸੀ ਵਰਗ ਦਿਖਾਉਂਦੇ ਸੀਗੇ। ਹੁਣ ਵੀ ਪੰਜਾਬ ਦੀਆਂ ਵੱਖ ਵੱਖ ਪਾਰਟੀਆਂ ਓਬੀਸੀ ਵਰਗ ਜਿਹੜਾ ਹੈਗਾ ਪਹਿਲੀ ਨੁਮਾਇੰਦਗੀ ਦੇ ਵਿੱਚ ਬੈਠਾ ਹੋਇਆ, ਕਰ ਰਿਹਾ ਨੁਮਾਇੰਦਗੀ ਓਬੀਸੀ ਵਰਗ ਦੀ ਲੀਡਰਸ਼ਿਪ ਨੁਮਾਇੰਦਗੀ ਕਰ ਰਹੀ ਆ। ਪਰ ਤੁਸੀਂ ਦੇਖਿਆ ਨੇ ਕਿ ਓਬੀਸੀ ਵਰਗ ਨੂੰ ਸਾਰੇ ਥਾਂ ਤੋਂ ਸਾਰੇ ਡਿਸਟ੍ਰਿਕਟ ਵਾਈਜ਼ ਇਕੱਠਾ ਕੀਤਾ ਕਿ ਇਹਦੇ ਨਾਲ ਦੂਸਰੇ ਮੁੱਦੇ ਜਿਹੜੇ ਹੈਗੇ ਨੇ ਉਹ ਮੁੱਦਿਆਂ ਤੋਂ ਫੋਕਸ ਤੁਹਾਡਾ ਸਿਰਫ ਵੋਟ ਬੈਂਕ ਤੇ ਰਹੂਗਾ ਆਧਾਰ ਤੇ ਓਬੀਸੀ ਵੋਟ ਬੈਂਕ ਨੂੰ ਕਲੈਕਟ ਕਰਨਾ, ਕੈਸ਼ ਕਰਨਾ ਜਾਂ ਦੂਜੇ ਮੁੱਦਿਆਂ ਨੂੰ ਤੁਹਾਡਾ ਕੋਈ ਸਰਵ ਕਰ ਨਹੀਂ ਰਿਹਾ। ਕਿਉਂਕਿ ਬਹੁਤ ਸਾਰੇ ਮੁੱਦੇ ਹੈਗੇ ਨੇ ਪੰਜਾਬ ਦੇ ਬਾਹਰ ਮੁੱਦੇ ਨੇ, ਉਹਨਾਂ ਦਾ ਇੱਕ ਜ਼ਿਕਰ ਵੀ ਨਹੀਂ ਕੀਤਾ, ਇੱਕ ਸ਼ਬਦ ਨਹੀਂ ਬੋਲੇ। ਮੈਂ ਤੁਹਾਨੂੰ ਇਹ ਗੱਲ ਕਹੀ ਸੀ ਕਿ ਇੱਕ ਵਾਰੀ ਮੈਂ ਆਪਣੇ ਸਾਰੇ ਸਾਥੀਆਂ ਨਾਲ ਬੈਠ ਕੇ ਅਸੀਂ ਡਿਸਕਸ ਕਰ ਲਈਏ, ਪਲੈਨਿੰਗ ਕਰ ਲਈਏ, ਪ੍ਰੋਗਰਾਮ ਬਣਾ ਲਈਏ, ਫਿਰ ਤੁਹਾਨੂੰ ਦੱਸਾਂਗੇ ਅਸੀਂ ਕੀ ਕਰਨਾ। ਇੱਕ ਇਕੱਲੇ ਓਬੀਸੀ ਵਰਗ ਨਹੀਂ, ਮੈਂ ਤੁਹਾਨੂੰ ਕਹਿ ਚੁੱਕਿਆ ਅਸੀਂ ਸਰਬ ਵਰਗ ਦਾ ਧਿਆਨ ਰੱਖਾਂਗੇ। ਮੈਂ ਤੁਹਾਨੂੰ ਵੀ ਕਿਹਾ ਅਸੀਂ ਸਿਸਟਮ ਚੇਂਜ ਕਰਨਾ ਹੈ, ਸਿਸਟਮ ਦੇ ਵਿੱਚ ਸਭ ਕੁਝ ਆ ਜਾਂਦਾ ਹੈ। ਮੈਂ ਤੁਹਾਨੂੰ ਵੀ ਕਿਹਾ ਸੀ ਕਿ ਪਾਵਰ ਨੂੰ ਡੀਸੈਂਟਰਲਾਈਜ਼ ਕਰਨਾ ਸੀ, ਉਹਦੇ ਸਭ ਕੁਝ ਆ, ਸਾਰੇ ਵਰਗ ਆਉਣਗੇ, ਓਬੀਸੀ ਨਹੀਂ। ਜਿੱਥੇ ਗੱਲ ਰਹੀ ਵੋਟ ਬੈਂਕ ਦੀ, ਵੋਟ ਤੋਂ ਬਗੈਰ ਸਰਕਾਰ ਬਣਦੀ ਨਹੀਂ। ਸਰਕਾਰ ਬਣੂ ਤਾਂ ਡਿਸੀਜਨ ਲਵਾਂਗੇ ਨਾ, ਤੇ ਵੋਟ ਤਾਂ ਅਸੀਂ ਲੈਣੀ ਹੀ ਲੈਣੀ ਹੈ। ਉਹ ਮੈਂ ਸਿਆਸੀ ਨੂੰ ਕਹੀ ਜਾਵਾਂ ਨਹੀਂ ਜੀ ਨਹੀਂ ਸਾਡਾ ਵੋਟ ਨਾਲ ਮਕਸਦ ਨਹੀਂ, ਮਕਸਦ ਹੀ ਵੋਟ ਦਾ। ਮੈਨੂੰ ਵੋਟ ਮਿਲੂਗੀ, ਮੇਰੇ ਐਮਐਲਏ ਬਣਨਗੇ, ਸਰਕਾਰ ਬਣੂਗੀ, ਸਰਕਾਰ ਬਣੂ ਤਾਂ ਅਸੀਂ ਡਿਸੀਜਨ ਲਵਾਂਗੇ। ਬਿਲਕੁਲ ਸਰ, ਤੁਹਾਨੂੰ ਲੱਗਦਾ ਨਹੀਂ ਹੁਣ ਟਾਈਮ ਲੱਗ ਗਿਆ, ਕਾਫੀ ਲੇਟ ਤੁਸੀਂ ਪਾਰਟੀ ਦਾ ਆਗਾਜ਼ ਕੀਤਾ ਹੈ, ਕਿਉਂਕਿ ਹੁਣ ਜ਼ਿਆਦਾ ਸਮਾਂ ਤਾਂ ਰਿਹਾ ਨਹੀਂ ਚੋਣਾਂ ਨੂੰ, 2 ਜਾਂ 3 ਮਹੀਨੇ ਦਾ ਸਾਰਾ ਸਮਾਂ, ਤੇ 2-3 ਮਹੀਨੇ ਦੇ ਸਮੇਂ ਦੇ ਵਿੱਚ ਤੁਸੀਂ ਆਪਣੀ 117 ਹਲਕਿਆਂ ਦੀ ਗੱਲ ਕਰ ਰਹੇ ਹੋ, ਸਾਰੀ ਸੀਟਾਂ ਤੇ ਆਪਣੇ ਤੁਸੀਂ ਉਮੀਦਵਾਰ ਉਤਾਰਨੇ ਤੇ ਤਿਆਰੀ ਹੋ ਸਕੇਗੀ, ਇਹਦੀ ਤੁਸੀਂ ਮੰਨਦੇ ਹੋ? ਮੇਰਾ ਨਾਮ ਮਲਕੀਤ ਸਿੰਘ ਬਿਰਮੀ। ਜਦੋਂ ਸ਼ੇਰ ਨੂੰ ਭੁੱਖ ਮਾਰ ਲੱਗਦੀ ਹੈ ਨਾ, ਉਹ ਛਾਲ ਮਾਰ ਕੇ ਦਰਖਤ ਤੋਂ ਵੀ ਲਾਹ ਲਿਆਉਂਦਾ। ਆਓ ਦੇਖੋ ਆਗੇ ਆਗੇ ਹੁੰਦਾ ਹੈ ਕਿਆ। ਬੇਬੀ ਜੀ, ਜਿਸ ਤਰੀਕੇ ਨਾਲ ਤੁਸੀਂ ਦਾਅਵਾ ਕੀਤਾ ਹੈ ਕਿ 35 ਜਿਹੜੀਆਂ ਨੇ ਓਬੀਸੀ ਜਥੇਬੰਦੀਆਂ ਤੁਹਾਡੇ ਨਾਲ ਨੇ, ਪਰ ਜੇਕਰ ਮੁੱਦੀ ਗੱਲ ਕਰੀਏ ਤਾਂ ਉਹਨਾਂ ਵੱਡਾ ਜਿਹੜਾ ਹੈਗਾ ਜਿਸ ਤਰੀਕੇ ਨਾਲ ਪਾਰਟੀ ਲਾਂਚ ਕੀਤੀ ਜਾਂਦੀ ਹੈ ਉਸ ਤਰੀਕੇ ਨਾਲ ਤੁਹਾਡੇ ਕੋਲ ਨਾਲ ਵੱਡਾ ਇਕੱਠ ਨਜ਼ਰ ਨਹੀਂ ਆਉਂਦਾ। ਦੇਖੋ ਜੀ, ਕੋਈ ਨਾਮੀ ਸ਼ਖਸੀਅਤ ਨਹੀਂ ਮੈਂ ਤੁਹਾਨੂੰ ਦੱਸਦਾ, ਜਦੋਂ ਅਸੀਂ ਸ਼ੁਰੂਆਤ ਕਰਦੇ ਆ ਨਾ, ਹਰ ਆਦਮੀ ਸੋਚਦਾ ਵੇਟ ਐਂਡ ਵਾਚ ਦੀ ਪਾਲਿਸੀ ਹੁੰਦੀ ਹੈ, ਉਹ ਦੇਖਦਾ ਹੈ। ਅੱਜ ਜਦੋਂ ਮੈਂ ਤੁਹਾਡੇ ਨਾਲ ਦੂਜੀ ਕਾਨਫਰੰਸ ਕਰੂੰਗਾ ਨਾ, ਫਿਰ ਤੁਸੀਂ ਆਪ ਕਹੋਗੇ ਬਿਰਮੀ ਜੀ ਵਾਹ ਇਹ ਕਿਆ ਹੈ। ਤੁਸੀਂ ਜਾਣਦੇ ਵੀ ਹੋ, ਤੁਸੀਂ ਕੁਐਸਚਨ ਫੇਰ ਕਰ ਲਿਆ। ਤੁਹਾਡੇ ਕੋਲ ਆ ਰਹੇ ਨਹੀਂ? ਹਾਂਜੀ, ਪਾਰਟੀ ਦਾ ਵੀ ਕੋਈ ਆਗੂ ਤੁਹਾਡੇ ਨਾਲ ਆ ਰਹੇ? ਅੱਜ ਮੈਂ ਕੁਝ ਕਹਿਣਾ ਨਹੀਂ ਚਾਹੂੰਗਾ, ਅਗਲੀ ਪ੍ਰੈਸ ਕਾਨਫਰੰਸ 'ਚ। ਫਿਰ ਵੀ ਅਲਾਈਅੰਸ ਵਾਸਤੇ ਦਰਵਾਜ਼ੇ ਖੁੱਲੇ ਰਹਿਣਗੇ ਜਾਂ ਇਹ ਹੈ ਕਿ ਰੋਡ 117 ਤੇ ਤੁਹਾਡੀ ਪਾਰਟੀ ਦਾ ਕਿਸੇ ਨਾਲ ਪ੍ਰੀ ਅਲਾਈਅੰਸ ਨਹੀਂ ਹੋਊਗਾ, ਫ੍ਰੀਲੈਂਸ ਦੀ ਕੋਈ ਸੰਭਾਵਨਾ ਤੁਹਾਨੂੰ ਨਜ਼ਰ ਆਉਂਦੀ ਹੈ? ਦੇਖੋ ਜੀ, ਪਹਿਲੀ ਗੱਲ ਇਹ ਕਿ ਸਾਡੇ ਕੋਲੇ 42% ਵੋਟ ਹੈ ਸਾਡੀ ਪੰਜਾਬ ਦੇ ਵਿੱਚ, ਔਰ ਜਿੱਥੇ ਤੱਕ ਅਲਾਇੰਸ ਦਾ ਸਵਾਲ ਰਿਹਾ, ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹੁੰਦੇ ਨੇ, ਪਰ ਸਾਡਾ ਆਪਣਾ ਇੱਕ ਓਬੀਸੀ ਦਾ ਏਜੰਡਾ ਹੋਏਗਾ, ਇੱਕ ਮਿਨੀਮਮ ਕਾਮਨ ਮਿਨੀਮਮ ਪ੍ਰੋਗਰਾਮ ਬਣਾਵਾਂਗੇ ਅਸੀਂ, ਜਿਹਨੂੰ ਐਕਸੈਪਟੇਬਲ ਹੋਏਗਾ ਵੈਲਕਮ। ਏਜੰਡਾ ਕੀ ਹੋਏਗਾ? ਏਜੰਡਾ ਅਗਲੀ ਮੀਟਿੰਗ ਦੱਸੂਗਾ ਜੀ, ਅਜੇ ਬਣਾ ਕੇ ਦੱਸਾਂਗੇ। ਬੇਬੀ ਜੀ, ਕੁਝ ਸ਼ਖਸੀਅਤਾਂ ਦਾ ਨਾਮ ਲੈ ਦਿਓ ਜਿਹੜੀਆਂ ਨਾਮੀ ਸ਼ਖਸੀਅਤਾਂ ਤੁਹਾਡੀ ਪਾਰਟੀ ਦੇ ਵਿੱਚ ਸ਼ਾਮਿਲ ਹੋਣਗੀਆਂ, ਕਿਉਂਕਿ ਜੇਕਰ ਸਿਆਸਤ ਦੀ ਗੱਲ ਕਰੀਏ ਤਾਂ ਕਹਿੰਦੇ ਨੇ ਇਹਦੇ ਵਿੱਚ ਤਜਰਬਾ ਹੈ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਕਾਊਂਟ ਹੁੰਦਾ ਹੈਗਾ। ਕੀ ਤਜਰਬੇਕਾਰ ਜਿਹੜੀਆਂ ਸ਼ਖਸੀਅਤਾਂ ਨੇ ਇਸ ਪਾਰਟੀ ਦੇ ਵਿੱਚ ਆਉਣਗੀਆਂ ਜਿਨ੍ਹਾਂ ਦਾ ਸਿਆਸਤ ਦਾ ਪਿਛਲਾ ਲੰਬਾ ਤਜਰਬਾ ਰਿਹਾ ਹੋਵੇ? 36 ਸਾਲ ਤਾਂ ਮੈਨੂੰ ਹੋ ਗਏ, ਆ ਮੈਨੂੰ ਦੱਸੋ ਇਦੋਂ ਬਾਅਦ ਜਿਹੜਾ ਕਿਹੜਾ ਲੈ ਕੇ ਆਉਂਗਾ ਮੈਂ, ਪਰ ਜਿਹੜੇ ਆਉਣਗੇ ਉਹ ਵੀ ਤੁਹਾਨੂੰ ਮੈਂ ਦਿਖਾ ਦੂੰਗਾ ਅਗਲੀ ਮੀਟਿੰਗ ਦੇ ਵਿੱਚ। ਅੱਜ ਨਾ ਕਹਾਓ, ਕਿਉਂਕਿ ਉਦੋਂ ਰਾਤ ਨੂੰ ਪ੍ਰੈਸ਼ਰ ਪੈਣ ਲੱਗਣਾ, ਅੱਗੇ ਮੇਰੇ 2 ਭੱਜ ਗਏ। बिल्कुल जी। धर्मी साहब, आपने मेरे ख्याल में बॉडी का भी जिक्र किया है, कुछ पदाधिकारी का भी जिक्र किया है, इसमें मैं देख रहा हूँ कि एक भी महिला नहीं है। क्या महिला है जी? आओ बैठे। नहीं लिखा हुआ है, रमेश कुमार नहीं है, ये साढ़े को बैठे हैं, इतने बैठे हैं अपने मैडम रमेश कुमारी जी, ये बैठे हैं। किन्ने साल हो गए मैडम तो उधर? 25 साल BSP ਵਿੱਚ ਬਹੁਤ ਟੌਪ ਦੇ ਅਹੁਦੇ ਰਹੇ हैं। ਮੈਂ ਤਾਂ ਹੀ ਕਿ ਨਾਮ ਲਵਾਓ, ਫਿਰ ਮੁੜ ਕੇ ਫਿਰ ਆ ਜਾਂਦੇ ਆ ਜੀ, ਕੱਲ ਰਾਤ ਨੂੰ ਪਏ ਨੂੰ ਘੇਰ ਲੈਣਗੇ ਆ ਕੇ। ਸਵਾਲ ਤਾਂ ਹੋਣਗੇ, ਜਦੋਂ ਤੁਸੀਂ ਪਾਰਟੀ ਲਾਂਚ ਕਰੋ ਸਵਾਲ ਤਾਂ ਹੋਣਗੇ ਹੀ ਨਾ ਜੀ।
ਕੋਈ ਗੱਲ ਮੈਂ ਕਹਿੰਦਾ ਕਰੋ ਜੀ। ਮੈਂ ਕਹਿੰਦਾ ਕਰੋ। ਗੱਲ ਇਹ ਹੈ ਕਿ ਜੀ ਰਾਜਨੀਤੀ ਪਾਰਟੀ ਹਲੇ ਅੱਜ ਬਣੀ ਹੈ, ਡਰ ਪਹਿਲੇ ਹੀ ਲੱਗਣ ਲੱਗ ਗਿਆ ਕਿ ਇਹਦਾ ਭੱਜ ਜਿਹੜਾ ਬੰਦਾ ਅੱਜ ਆਪਣਾ ਨਾਮ ਲੈਣ ਤੋਂ ਡਰ ਰਿਹਾ, ਕੀ ਲੱਗਦਾ ਤੁਹਾਡੇ ਨਾਲ ਕੱਲ ਨੂੰ ਟਿਕ ਪਾਊਗਾ? ਸਾਨੂੰ ਇਹ ਨਹੀਂ ਡਰ ਲੱਗਦਾ। ਭੱਜੇ ਕਹਿੰਦੇ ਹੁੰਦੇ ਆ ਸ਼ਹਿਰ ਨੂੰ ਨਹੀਂ ਪੈਸੇ ਨੂੰ ਰੁੰਨੇ ਆ। ਸਾਨੂੰ ਇੱਕ ਦਾ ਡਰ ਨਹੀਂ। ਅਲਰਟ ਤਾਂ ਪਹਿਲਾਂ ਹੋਏ ਆ। ਹੁਣ ਮੈਂ ਤੁਹਾਨੂੰ ਨਾਂ ਨਹੀਂ ਲੈਣਾ। ਇੱਕ ਪਾਰਟੀ ਨੇ OBC ਦੇ 3 ਬੰਦਿਆਂ ਟਿਕਟਾਂ ਕੱਟਤੀਆਂ। 2 ਮਹੀਨੇ 3 ਮੀਟਿੰਗਾਂ ਕਰਕੇ ਉਹਨਾਂ ਨੂੰ ਕਹਿ ਦਿੱਤਾ ਕਿ ਜੀ ਤੁਹਾਡੀ ਰਿਪੋਰਟ ਨੈਗੇਟਿਵ ਆਈ ਹੈ। ਕੀ ਉਹ ਕਹਿੰਦੇ ਜਿਹਦੀ ਪੋਜ਼ੀਟਿਵ ਆਈ ਸਾਨੂੰ ਉਹ ਦਿਖਾ ਦੇ ਪ੍ਰਧਾਨ ਜੀ। ਉਹਦੇ ਕੋਲ ਵੀ ਜਵਾਬ ਹੈ ਨਹੀਂ ਸੀ। ਉਸ ਤੋਂ ਬਾਅਦ ਜਿੱਦਣ ਮੇਰੀ ਪਹਿਲੀ ਬਾਈਟ ਲੱਗੀ ਹੈ ਔਰ ਪ੍ਰੈਸ ਛਪਿਆ ਅਖਬਾਰ 'ਚ, ਦੂਏ ਦਿਨ ਉਹਨੂੰ ਇੱਕ ਨੂੰ ਟਿਕਟ ਦੇ ਦਿੱਤੀ। ਇਹਦਾ ਮਤਲਬ OBC ਦਾ ਪ੍ਰੈਸ਼ਰ ਹੈ ਨਾ। ਜਿਹਦੀ ਕੱਟੀ ਡੇਟ ਦੁਆਰਾ 2 ਦਿਨ 24 ਘੰਟੇ ਦੇ ਦਿੱਤੀ। ਮੇਰੇ ਕਹਿਣ ਦਾ ਭਾਵ ਹੈ ਤੁਸੀਂ ਥੋੜ੍ਹਾ ਜਿਹਾ ਸਾਨੂੰ ਟਾਈਮ ਦਿਓ 10-12 ਦਿਨ ਦਾ। ਜਦੋਂ ਮੈਂ ਦੂਜੀ ਪ੍ਰੈਸ ਕਾਨਫਰੰਸ ਕਹੂੰਗਾ ਤੁਹਾਨੂੰ ਇੱਥੇ ਬੈਠੇ ਦਿਖਾਊਂਗਾ। ਪ੍ਰੈਸ ਕਾਨਫਰੰਸ ਦਾ ਤਾਂ ਮਤਲਬ ਹੀ ਹੁੰਦਾ ਨਾ, ਤੁਸੀਂ ਬੁਲਾਈ ਅਸੀਂ ਨਹੀਂ ਬੁਲਾਈ, ਸਾਡੇ ਵੇਲੇ ਭਾਵੇਂ 20 ਦਿਨਾਂ ਬਾਅਦ ਬੁਲਾ ਲਾਂਗੇ। ਅੱਜ ਬੁਲਾਉਣ ਦੀ ਕੀ ਲੋੜ ਪਈ ਸੀ? ਨਹੀਂ ਜੇ ਇਕੱਲਾ ਐਲਾਨ ਹੀ ਕਰਨਾ ਸੀ ਪਾਰਟੀ ਦਾ। ਨਹੀਂ, ਇਹ ਵੀ ਤੱਕ ਇੱਦਾਂ ਕਰਾਂਗੇ ਲੋਕਾਂ ਨੂੰ ਕੀ ਪਤਾ ਲੱਗੂ ਫਿਰ। ਨਹੀਂ ਅਸੀਂ ਕਹਿੰਦੇ 15 ਦਿਨਾਂ ਬਾਅਦ ਲੋਕਾਂ ਨੂੰ ਪੰਜਾਬ ਦੇ ਮੁੱਦੇ ਨੇ ਅਨਪਲੋਇਮੈਂਟ ਹੈ, ਕਿ ਸੈਕਟਰ ਆ ਉਹਦੇ ਬਾਰੇ ਕੀ ਹੈ, ਇਹ ਵੀ ਤਾਂ ਕੀ ਹੈ? ਨਹੀਂ ਮੈਂ ਤਾਂ ਉਹੀ ਕਹਿ ਰਿਹਾ ਜੀ ਕਿ ਹੁਣ ਸਾਡੇ ਅੱਜ ਇੱਕ ਬੋਡੀ ਬਣ ਗਈ 30 ਮੈਂਬਰ ਦੀ। ਬਾਕੀ ਅਸੀਂ ਬਾਅਦ ਚ ਐਕਸਪੈਂਡ ਕਰਾਂਗੇ। ਇੱਕ ਮਿੰਟ ਯਾਰ ਇੱਕ ਮਿੰਟ ਗੱਲ। 117 ਦੀ ਜਿਹੜੀ ਵੰਡ ਹੈ ਕੀ ਉਹ 42% ਦੀ ਕੀਤੀ ਜਾਊਗੀ? ਨਹੀਂ ਨਹੀਂ ਨਹੀਂ, ਬਾਕੀ 52 ਦਾ ਕੀ ਏਜੰਡਾ ਹੈ? ਉਹਦੇ ਵਿੱਚ ਸਾਡੇ ਜ਼ਿਮੀਂਦਾਰ ਭਰਾ ਵੀ ਹੋਣਗੇ, ਹਿੰਦੂ ਵੀ ਹੋਣਗੇ, ਹੋਰ ਵੀ ਜਿਹੜੀਆਂ ਕਾਸਟ ਹੈਗੀਆਂ ਨੇ ਉਹ ਸਾਰੇ ਜਿੱਥੇ ਇੱਥੇ ਆ SC ਵੀ ਹੋਣਗੇ। ਜਿਨ੍ਹਾਂ ਦੇ 34 ਰਿਜ਼ਰਵ ਸੀਟਾਂ ਨੇ ਉਹ ਵੀ ਦੇਵਾਂਗੇ ਉਹਨੂੰ। ਅਸੀਂ ਸਾਰੇ ਦੇਵਾਂਗੇ। ਇੱਕ ਮਿੰਟ ਜੀ ਪੰਜਾਬ ਸਾਰਾ ਪਾਣੀ ਮੌਕਾ ਦੇ ਦਿਓ। ਹੈਲੋ ਹਾਂਜੀ ਹਾਂਜੀ ਇੱਕ ਮਿੰਟ ਆਪਾਂ ਨੂੰ ਵੀ ਮੌਕਾ ਦੇ ਦਿਓ। ਸਰ ਥੋੜੇ ਪੁਰਾਣੇ ਜਾਣਕਾਰ ਜੀ ਜੀ ਸਰਦਾਰ ਬਿਆਨ ਸਿੰਘ ਪਹਿਲੇ ਦੇ ਹਾਂਜੀ। ਜਦੋਂ ਤੁਸੀਂ ਉਹਨਾਂ ਦੇ ਨਾਲ ਕੰਮ ਕਰਦੇ ਸੀ, ਬਿਲਕੁਲ। ਉਹ ਤੋਂ ਬਾਅਦ MLA ਦਾ ਟਿਕਟ ਮਿਲਿਆ, ਤੁਸੀਂ ਜਿੱਤ ਗਏ, ਮੰਤਰੀ ਵੀ ਬਣ ਗਏ, ਤੁਸੀਂ ਵੀ ਮੰਤਰੀ ਬਣ ਗਏ। ਇਹ ਕਿਹਾ ਗਿਆ ਲੇਕਿਨ ਉਹ ਗਲਤ ਹੈ। ਕੋਈ ਬੜੀ ਗੱਲ ਨਹੀਂ। ਦੂਸਰੀ ਗੱਲ ਕਿ ਇਹ ਜਿਹੜਾ ਸਾਰਾ ਚੀਜ਼ ਦਾਣਾ ਬਾਣਾ ਬੁਣਿਆ ਤੁਹਾਡੇ ਆਪਣੇ OBC ਦੇ ਸਿਰਕੱਢ ਮੈਂਬਰ, ਸਿਰਕੱਢ ਲੀਡਰ ਸਰਦਾਰ ਲਾਲ ਸਿੰਘ ਗਿਲਜੀਆਂ, ਇਹ ਸਾਰੇ ਉਧਰ ਕਾਂਗਰਸ ਦੇ ਨਾਲ ਰਲੇ ਰਹੇ। ਤੁਹਾਨੂੰ ਬਿਲਕੁਲ ਪਛਾੜ ਕੇ ਕਾਂਗਰਸ ਨੇ ਸੁੱਟ ਦਿੱਤਾ। ਹੁਣ ਜਿਸ ਵੇਲੇ ਤੁਹਾਡੇ ਪੱਲੇ ਕੁਝ ਨਹੀਂ ਰਿਹਾ, ਹੁਣ ਤੁਸੀਂ ਆ ਕੇ ਪਾਰਟੀ ਕੀਤੀ ਆ, ਇਹਦੀ ਫੰਡਿੰਗ ਕਿੱਥੋਂ ਹੋਣੀ ਆ? ਕਿਹਨੇ ਤੁਹਾਨੂੰ ਪਿੱਛੋਂ ਹਿੰਮਤ ਦਿੱਤੀ? ਕਿਹਨੇ ਤੁਹਾਨੂੰ ਪਿੱਛੋਂ ਧੱਕਾ ਦਿੱਤਾ ਕਿ ਤੁਸੀਂ ਪਾਰਟੀ ਬਣਾਓ, ਤੁਹਾਨੂੰ ਫੰਡਿੰਗ ਕਰੋ? ਦੇਖੋ ਜਿੱਦ ਤੱਕ ਮੈਨੂੰ ਸਿੱਟਣ ਦੀ ਗੱਲ ਆ ਪਿੱਛੇ, ਬਿਲਕੁਲ ਇਹ ਗੱਲਾਂ ਮੈਨੂੰ ਨਹੀਂ ਬਹੁਤ ਇਹਨੂੰ ਸਿੱਟਿਆ। ਨਹੀਂ। ਮੇਰੇ ਚਰਨਜੀਤ ਸਿੰਘ ਚੰਨੀ ਨਹੀਂ ਸਿੱਟਿਆ, ਉਹ ਤਾਂ ਮੇਰੇ ਕਮਲ ਚੌਧਰੀ ਨਹੀਂ ਸਿੱਟਿਆ। ਨਹੀਂ 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 ਨਹੀਂ, ਮੇਰੀ ਗੱਲ ਸੁਣੋ। ਇਹ ਪਾਰਟੀਆਂ ਐਵੇਂ ਹੀ ਕਰਦੀਆਂ ਨੇ। ਜਿਹੜਾ ਬੰਦਾ ਨੂੰ ਲੱਗੇ ਤਕੜਾ ਉਹਨੂੰ ਵੱਢਣ ਦੀ ਕੋਸ਼ਿਸ਼ ਕਰਦੇ ਆ। ਇਹ ਚੱਲਦੀ ਆ ਸਿਆਸਤ ਦੇ ਵਿੱਚ, ਕੋਈ ਗੱਲ ਨਹੀਂ। ਪਰ ਅਸੀਂ ਦੁਬਾਰਾ ਫੇਰ ਆ ਗਏ ਆ। ਸਾਡੀ ਕੋਸ਼ਿਸ਼ ਪਹਿਲਾਂ ਵੀ ਇੱਕ ਵਾਰੀ ਹੋਈ ਸੀ ਬਹੁਤ ਦੇਰ ਪਹਿਲੇ। ਉਸ ਟਾਈਮ ਮੈਂ ਅੰਡਰ ਪ੍ਰੈਸ਼ਰ ਥੋੜਾ ਆ ਗਿਆ ਸੀ ਨਾ, ਦੇਖ ਕੇ ਮੈਨੂੰ ਕਹਿਣ ਲੱਗੇ ਨਹੀਂ ਜੀ ਆਪਾਂ ਕਰਾਂਗੇ। ਇਹਨਾਂ ਨੂੰ ਟਿਕਟ ਵੀ ਦਿੱਤੀ, ਮੰਤਰੀ ਬਣਾਇਆ, ਸਭ ਕੁਝ ਕੀਤਾ, ਪਰ ਬਾਅਦ ਸਾਡੀ ਸੁਣਵਾਈ ਨਹੀਂ ਕੋਈ ਕੀਤੀ। ਉਦੋਂ ਤੋਂ ਉਹਨਾਂ ਦੀ ਪਲੈਨਿੰਗ ਬਣੀ ਵੀ ਇਹਨਾਂ ਨੂੰ ਕੱਟਣਾ ਹੈ। ਪਰ ਅੱਜ ਅਸੀਂ ਉਸ ਤਾਕਤ ਲੈਣੀ ਆ ਕਿ ਇਹਨਾਂ ਦੀ ਹਿੰਮਤ ਨਾਲ ਫਿਰ ਸਾਨੂੰ ਹੱਥ ਲਾਉਣ ਦੀ। ਫੰਡਿੰਗ ਦਾ ਇਹ ਹੈ ਸਾਡੀ ਟੀਮ 1.5 ਸਾਲ ਦੀ ਫੋਰਨ 'ਚ ਘੁੰਮ ਰਹੀ ਹੈ। 1.5 ਸਾਲ ਦੀ, ਹਾਂਜੀ। ਕੰਟੈਕਟ ਕੀਤੇ ਆ। ਅਗਲੀ ਮੀਟਿੰਗ ਦੇ ਵਿੱਚ ਤੁਹਾਨੂੰ ਮੈਂ ਉਹਨਾਂ ਦੇ ਲੈਟਰ ਵੀ ਦਊਂਗਾ, ਉਹਨਾਂ ਦੇ ਨਾਂ ਵੀ ਦੱਸੂਗਾ ਜਿੱਥੋਂ ਸਾਨੂੰ ਫੰਡਿੰਗ ਆਏਗੀ। ਅਮਰਿੰਦਰ ਸਿੰਘ ਕੱਲ ਇੱਕ ਨਵੀਂ ਪਾਰਟੀ ਬਣਾਉਣ ਜਾ ਰਹੇ ਨੇ, ਕੀ ਤੁਹਾਡਾ ਕੋਈ ਗੱਠਜੋੜ ਦੀ ਸੰਭਾਵਨਾ ਲੱਗਦੀ ਉਹਨਾਂ ਨਾਲ? ਦੇਖੋ ਜੀ, ਮੈਂ ਪਹਿਲਾਂ ਵੀ ਕਿਹਾ ਸੀ ਕਿ ਜਿਹੜਾ ਸਾਡੇ ਏਜੰਡੇ ਨੂੰ ਐਕਸੈਪਟ ਕਰੇਗਾ ਵੈਲਕਮ। ਤੁਸੀਂ ਦੂਜੀਆਂ ਪਾਰਟੀਆਂ ਨਾਲ ਸੰਪਰਕ ਕਰੋਗੇ ਜਾਂ ਦੂਜੀਆਂ ਪਾਰਟੀਆਂ ਤੁਹਾਡੇ ਨਾਲ ਸੰਪਰਕ ਕਰਨਗੀਆਂ? ਦੂਜੀਆਂ ਸਾਡੇ ਨਾਲ ਕਰਨਗੀਆਂ। ਕਿਉਂ ਕਰਨਗੀਆਂ? ਉਹ ਉਹਨਾਂ ਦੀ ਮਰਜ਼ੀ, ਕਿਉਂ ਕਰਨਗੀਆਂ ਉਹ ਤਾਂ ਉਹਨਾਂ ਨੂੰ ਪੁੱਛੋ, ਉਹ ਦੱਸਣਗੇ। ਹਾਂਜੀ। ਬੈਕਵਰਡ ਦੀ ਵੱਡੀ ਸਮੱਸਿਆ ਸਭ ਤੋਂ ਵੱਡੀ ਜਿਹਦੇ ਕਰਕੇ ਜੁਨੈਟ ਨੇ ਉਹ ਵੀ ਇੱਕ ਹੀਣ ਭਾਵਨਾ ਨਾਲ ਮਤਲਬ ਕਿ ਇਹ ਸਮਝੀ ਜਾਂਦੇ ਨੇ ਪਿੱਛੇ ਸੈਣੀਆਂ ਨੂੰ ਜਾਂ ਦੂਜਿਆਂ ਨੂੰ ਰਿਜ਼ਰਵੇਸ਼ਨ ਦਿੱਤੀ ਵੀ ਸਭ ਤੋਂ ਛੋਟੀ ਜਾਤ ਬਣਾ ਰਹੇ ਨੇ। ਵੱਡੀ ਸਮੱਸਿਆ ਇਹਨੂੰ ਕਿਵੇਂ ਹੱਲ ਕਰੂਗਾ? ਅੱਜ ਤਾਂ ਜ਼ਿਮੀਂਦਾਰ ਕਹਿੰਦੇ ਆ ਸਾਨੂੰ ਉਹ 'ਚ ਲਿਆਓ OBC 'ਚ। ਹੁਣ ਕੋਈ ਨਹੀਂ, ਜਦੋਂ ਗੱਲਾਂ ਗਈਆਂ 40 ਸਾਲ ਪਹਿਲਾਂ ਵਾਲੀਆਂ, ਹੁਣ ਨਹੀਂ ਗੱਲ। ਵੈਸੇ 1-1.5 ਮਹੀਨੇ ਦੇ ਵਿੱਚ
ਆਪਣੀ ਪਾਰਟੀ ਦੇ ਏਜੰਡੇ ਨੂੰ ਲੋਕਾਂ ਤੱਕ ਕਿਵੇਂ ਪਹੁੰਚਾਓਗੇ, ਕਿਉਂਕਿ ਸਮਾਂ ਤਾਂ ਬਹੁਤ ਘੱਟ ਆ। ਤੁਹਾਡੇ ਜ਼ਰੀਏ ਸਾਡੇ ਜ਼ਰੀਏ ਤੁਸੀਂ ਪਹੁੰਚਾਓਗੇ, ਲੇਕਿਨ ਜੇਕਰ ਸਾਡੇ ਜ਼ਰੀਏ ਵੀ ਤੁਸੀਂ ਪਹੁੰਚਾਉਂਦੇ ਹੋ ਫਿਰ ਵੀ ਤੁਹਾਨੂੰ ਲੱਗਦਾ ਨਹੀਂ ਗਰਾਊਂਡ ਲੈਵਲ ਤੇ ਜਿਹੜਾ ਕੰਮ ਕਰਨਾ ਬਹੁਤ ਜ਼ਰੂਰੀ ਹੁੰਦਾ। ਤੁਸੀਂ ਇੰਨੀ ਜਲਦੀ 117 ਹਲਕੇ ਨੇ 117 ਹਲਕੇ ਦੇ ਵਿੱਚ ਜ਼ਿਆਦਾ ਜਿਹੜਾ ਸੌਖਾ ਹੈ। ਤੁਸੀਂ ਇਹ ਦੇਖਿਓ ਕਿ ਜਿਵੇਂ ਬਾਕੀ ਪਾਰਟੀਆਂ ਦੇ ਬਲੋਕਾਂ ਦੇ ਪ੍ਰਧਾਨ ਨੇ, ਜ਼ਿਲ੍ਹਾ ਦੇ ਪ੍ਰਧਾਨ ਨੇ, ਸਾਡੇ ਉੱਥੇ ਹਰ ਜਗ੍ਹਾ ਸੰਗਠਨ ਬਣਿਆ ਹੋਇਆ ਆਲਰੇਡੀ, ਸਿਰਫ ਉਹਨਾਂ ਨੂੰ ਗੋ ਹੈਡ ਦੇਣੀ ਹੈ, ਖਿੱਲਰ ਜੋ ਆ ਦੇਖੋ 10 ਦਿਨਾਂ ਤੁਹਾਨੂੰ ਲਿਸਟਾਂ ਦਿੰਦੇ ਲਿਆ ਕੇ ਸੀ।